मेरे दिल पर ये कैसा धक्का लगा। बहुत देर हो गई है और श्रवण पुत्र अभी तक नहीं आया। वह तो कहता था कि सरयू नदी पास ही है, फिर इतनी देर क्यों कर दी। श्रवण, बेटा श्रवण, अरे अरे भाई कौन हो तुम? क्या तुम श्रवण नहीं हो? तुझे राजपाट इसलिए दिया था। चल चल तेरा निर्जल ही प्राण गवाएंगे। जिस धाम गया है श्रवण पुत्र, हम भी उसी धाम जाएंगे। ओ दशरथ, ये पुत्रहीन का तुझे श्राप देता है कि जैसे मैं पुत्र के वियोग में तड़प कर मर रहा हूं। एक दिन तू भी अपने पुत्र के वियोग में तड़प कर मरेगा। मेरे बेटा श्रवण, इस लाश के ऊपर खड़ी है ये प्राण निपुति कहते हैं। पति का शव अब वही पड़ा है। यही हाल तेरा। तीसरी हत्या ये तुमने क्या जय श्री राम। हर साल की तरह इस साल भी भला कलोनी ड्रामाटिक क्लब वालों श्री रामलीला का उत्सव बहुत धूमधाम दे और शरधा भाव के नाल मनाया जा रहा वा, जिस विच साडे ਅੰਮ੍ਰਿਤਸਰ ਦੀਆਂ बहुत ही महान धार्मिक राजनीतिक समाजिक शख्सियतां इत्थे पहुँच के साडे कलाकारां नूं आशीर्वाद दिंदे हन। और हर साल ही साडे जिहड़े कलाकार आ, जिन्ने भी कलाकार आ, ये लगभग 1 महीना पहला रैसला करके इस जिहड़े मंच तो जिहड़ी रामलीला आयोजन करते हैं दिखाते हैं, उसकी तैयारी वास्ते 1 महीना पहला ये तैयारी करते हैं तां जो साडे बच्चों को इस मंच ते, क्योंकि ये चीज़ां जिहड़ियां वा लाइव दिखाई जांदियां हन, उस विच कोई गलती या कोई उहदे विच गलती की गुंजाइश ना रहे, इस करके आपां इहनूं बहुत ही श्रद्धा और लगन दे नाल 1 महीने तो तैयारी करके दिखाते हैं। अच्छा, ਅੰਮ੍ਰਿਤਸਰ ਦੇ ਵਿੱਚ ਨੰਬਰ 1 ਤੇ ਮੰਨੀ ਜਾਂਦੀ ਹੈ ਜੀ ਭੱਲਾ ਕਲੋਨੀ ਡਰਾਮੈਟਿਕ ਕਲੱਬ, ਇਹਦਾ ਕੀ ਰਾਜ ਹੈ ਜੀ? ਇਹ ਸਾਨੂੰ ਤੁਹਾਡੇ ਪੱਤਰਕਾਰ ਭਰਾਵਾਂ ਦੇ ਮਾਧਿਅਮ ਰਾਹੀਂ ਪਤਾ ਲੱਗਦਾ ਵਾ ਕਿ ਭੱਲਾ ਕਲੋਨੀ ਡਰਾਮਾਟਿਕ ਕਲੱਬ ਅੰਮ੍ਰਿਤਸਰ ਵਿੱਚ 1 ਨੰਬਰ ਤੇ ਆ, ਕਿਉਂਕਿ ਤੁਹਾਡਾ ਸਭ ਦਾ ਹਰ ਸਟੇਜ ਤੇ ਆਉਣਾ ਹੁੰਦਾ ਵਾ, ਜਾਣਾ ਹੁੰਦਾ ਵਾ, ਤੁਸੀਂ ਹਰ ਜਗ੍ਹਾ ਦੀ ਰਿਪੋਰਟ ਰੱਖਦੇ ਹੋ। ਉਹ ਤੁਹਾਡੇ ਮਾਧਿਅਮ ਰਾਹੀਂ ਔਰ ਜਿਹੜੇ ਸਾਡੇ ਇੱਥੇ ਸਾਡੇ ਗੈਸਟ ਹੁੰਦੇ ਹਨ ਉਹ ਵੀ ਸਾਨੂੰ ਇਹ ਗੱਲ हर वारी कह के जाते हैं और असी लोगों की डिमांड उपर हर साल इस नूं अपडेट करते हाँ
ਤਾਂ ਜੋ ਹਰ ਸਾਲ ਕੋਈ ਨਾ ਕੁਝ ਅੱਛਾ, ਕੁਛ ਨਾ ਕੁਛ ਵਧੀਆ, ਕਿਉਂਕਿ ਸਾਰਾ ਸਾਲ ਬੱਚੇ ਜਿਹੜੇ ਸਾਡੇ ਰਾਮਲੀਲਾ ਕਰਦੇ ਹਨ ਇਹ ਸਾਰਾ ਸਾਲ ਸੋਚਦੇ ਰਹਿੰਦੇ ਹਨ ਨਵੇਂ ਆਈਡੀਆ ਕਿ ਆਉਂਦੇ ਸਾਲ ਨੂੰ ਅਸੀਂ ਇਹ ਸਟੇਜ ਤੇ ਨਵਾਂ ਕੀ ਦਿਖਾਉਣਾ ਵਾ। ਇਹ ਸਾਡੇ ਸਾਰੇ ਜਿਹੜੀ ਸਮੂਹ ਜਿਹੜੇ ਸਾਡੇ ਮੈਂਬਰ ਸਾਹਿਬਾਨ ਔਰ ਜਿਹੜੇ ਕਲਾਕਾਰਾਂ ਦੇ ਆ, ਸਾਰਿਆਂ ਦੇ ਮੇਲ ਮਿਲਾਪ ਦੇ ਨਾਲ, ਸਾਰਿਆਂ ਦੀ ਸ਼ਰਧਾ ਦੇ ਨਾਲ, ਸਾਰਿਆਂ ਦੇ ਐਫਰਟਸ ਦੇ ਨਾਲ ਇਹ ਵਧੀਆ ਰਾਮਲੀਲਾ ਦਿਖਾਈ ਜਾ ਰਹੀ ਹੈ। ਪਿਛਲੇ ਸਾਲ ਕਰੋਨਾ ਕਾਲ ਕਰਕੇ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ, ਪਰ ਇਸ ਸਾਲ ਜਿਹੜਾ ਜੋਸ਼ ਵੇਖਣ ਨੂੰ ਮਿਲਿਆ, ਕਿਸ ਤਰ੍ਹਾਂ ਮਤਲਬ ਲੱਗ ਰਿਹਾ ਹੈ? ਕਰੋਨਾ ਕਾਲ ਹਿੰਦੁਸਤਾਨ ਨਹੀਂ ਪੂਰੀ ਦੁਨੀਆ ਦੇ ਵਿੱਚ ਬੜੇ ਸੰਕਟ ਦਾ ਸਮੇਂ ਸੀ, ਬਟ ਉਸ ਵਾਰੀ ਵੀ ਅਸੀਂ ਐਫਰਟਸ ਕੀਤੇ, ਤੁਹਾਡੀ ਪ੍ਰੈਸ ਰਾਹੀਂ ਪ੍ਰਸ਼ਾਸਨ ਨੂੰ ਆਪਾਂ ਮੈਸੇਜ ਦਿੱਤੇ ਔਰ ਪ੍ਰਸ਼ਾਸਨ ਨੇ ਜਿਹੜੀ ਸਾਡੀ ਸ਼ਰਧਾ ਭਾਵ ਦੇਖ ਕੇ ਔਰ ਸਾਨੂੰ ਉਸ ਵਾਰੀ ਵੀ ਪਿਛਲੇ ਸਾਲ ਵੀ ਇਹ ਅੰਮ੍ਰਿਤਸਰ ਦੀਆਂ 9 ਰਾਮਲੀਲਾ ਨੂੰ ਇਜਾਜ਼ਤ ਦਿੱਤੀ ਸੀ, ਜਿਸ ਵੱਲੋਂ ਸਿਰਫ ਛਾਟਾ ਕਸਬੇ ਵਿੱਚ 6 ਰਾਮਲੀਲਾ ਔਰ ਬਾਕੀ ਅੰਮ੍ਰਿਤਸਰ ਵਿੱਚ 3 ਰਾਮਲੀਲਾ, ਟੋਟਲ 9 ਰਾਮਲੀਲਾ ਪਿਛਲੇ ਸਾਲ ਹੋਈ ਆ ਕਰੋਨਾ ਕਾਲ ਵਿੱਚ। ਉਸ ਦੇ ਵੀ ਐਫਰਟ ਸਾਡੇ ਸਾਰੇ ਕਲਾਕਾਰਾਂ ਵੱਲੋਂ ਔਰ ਸਾਰੇ ਕਲੱਬ ਮੈਂਬਰਾਂ ਵੱਲੋਂ ਕੀਤੇ ਗਏ ਸੀ ਔਰ ਪ੍ਰਮਾਤਮਾ ਦੇ ਚਰਨਾਂ 'ਚ ਅਰਦਾਸ ਕਰਦੇ ਹਾਂ ਕਿ ਪ੍ਰਮਾਤਮਾ ਅੱਗੋਂ ਸੁੱਖ ਸ਼ਾਂਤੀ ਰੱਖਣ। ਇਸ ਵਾਰ ਕਿੰਨਾ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਜੀ ਕਲਾਕਾਰਾਂ ਦੇ ਵਿੱਚ? ਮੈਂ ਸਾਡੇ ਕਲਾਕਾਰਾਂ ਵਿੱਚ ਸਾਰਾ ਸਾਲ ਹੀ ਉਤਸ਼ਾਹ ਹੁੰਦਾ ਵਾ। ਰਾਮਲੀਲਾ ਸਾਲ ਵਿੱਚ ਇੱਕ ਵਾਰੀ ਹੁੰਦੀ ਆ, ਸਾਡੇ ਕਲਾਕਾਰਾਂ ਦੇ ਮਨ ਵਿੱਚ ਇੰਨਾ ਉਤਸ਼ਾਹ ਹੁੰਦਾ ਵਾ ਕਿ ਇਹ ਅਗਰ ਦੋਨੋਂ ਨਵਰਾਤਰਿਆਂ ਵਿੱਚ ਰਾਮਲੀਲਾ ਹੋਵੇ ਤੇ ਦੂਸਰੇ ਨਵਰਾਤਰਿਆਂ ਵਿੱਚ ਵੀ, ਚੇਤਰ ਦੇ ਨਵਰਾਤਰਿਆਂ ਵਿੱਚ ਵੀ ਇਹ ਰਾਮਲੀਲਾ ਦਾ ਆਯੋਜਨ ਕਰਨ, ਇੰਨਾ ਉਤਸ਼ਾਹ ਸਾਡੇ ਕਲਾਕਾਰਾਂ 'ਚ। ਅਸੀਂ ਸਾਡੇ ਸਾਰੇ ਜਿੰਨੇ ਵੀ ਕਲਾਕਾਰ ਆ ਨਾ ਔਰ ਜਿੰਨੇ ਸਾਡੇ ਕਲੱਬ ਦੇ ਮੈਂਬਰ ਹਨ, ਸਭ ਦੀ ਇੱਕੋ ਹੀ ਸੋਚਣਾ, ਇੱਕੋ ਟੀਚਾ, ਇੱਕੋ ਹੀ ਚੀਜ਼ ਤੇ ਫੋਕਸ ਆ ਕਿ ਇਹ ਜਿਹੜਾ ਧਰਮ ਦਾ ਕੰਮ ਹੈਗਾ ਨਾ ਇਹ ਬੰਦ ਨਾ ਹੋਵੇ। ਇਸ ਵਿੱਚ ਸਾਨੂੰ ਬੀਤੇ ਦਿਨੀ ਬੀਤੇ ਸਾਲੀ ਵੀ ਬੜੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਵਾ, ਕਰਦੇ ਵੀ ਆ। ਪਰਦੇ ਦੇ ਅੱਗੇ ਤੇ ਅਸੀਂ ਰਾਮਲੀਲਾ ਦਿਖਾਉਂਦੇ ਆ ਔਰ ਪਰਦੇ ਦੇ ਪਿੱਛੇ ਵੀ ਸਾਨੂੰ ਬਹੁਤ ਸਾਰੀਆਂ ਮੁਸ਼ਕਲਾਂ ਆਉਂਦੀਆਂ ਹਨ, ਜਿਸ ਦਾ ਸਭ ਤੋਂ ਵੱਡੀ ਸਮੱਸਿਆ ਹੋਈ ਆ ਮਹਿੰਗਾਈ ਦੀ। ਜਿਹੜੀ ਰਾਮਲੀਲਾ ਅਸੀਂ ਪਿਛਲੇ 7-8 ਸਾਲ ਤੋਂ 2 ਲੱਖ ਦੇ ਅੰਦਰ ਆਪਾਂ ਕਰ ਲੈਂਦੇ ਸੀ, ਹੁਣ ਇਸ ਵਾਰ ਇਸ ਦਾ ਬਜਟ 2.5 ਲੱਖ ਰੁਪਏ ਤੋਂ ਜ਼ਿਆਦਾ ਹੋ ਗਿਆ ਵਾ। ਔਰ ਮੈਂ ਤੁਹਾਡੇ ਮਾਧਿਅਮ ਰਾਹੀਂ ਦਾਨੀ ਸੱਜਣਾ ਅੱਗੇ ਵੀ ਬੇਨਤੀ ਕਰਾਂਗਾ ਕਿ ਸਾਡੀ ਕਲੱਬ ਨੂੰ ਵੱਧ ਤੋਂ ਵੱਧ ਸਾਡਾ ਸਹਾਇਤਾ ਦਿਓ, ਸਾਨੂੰ ਸਹਿਯੋਗ ਕਰੋ ਤਾਂ ਜੋ ਅਸੀਂ ਹੋਰ ਵੀ ਵਧੀਆ ਰਾਮਲੀਲਾ ਤੁਹਾਨੂੰ ਦਿਖਾ ਸਕੀਏ। ਮੇਰਾ ਨਾਮ ਸ਼ਰਵਣ ਕੁਮਾਰ ਹੈ। ਮੈਂ ਇੱਥੇ ਪਲਾਗਲੋਨੀ ਡਰਾਮਾ ਕਲੱਬ ਦੀ ਡਾਇਰੈਕਟਰੀ ਤੇ ਪਲੱਸ ਵੱਲੋਂ ਪ੍ਰਧਾਨ ਜੀ ਦੀ ਅਧਿਕਸ਼ਤਾ ਦੇ ਵਿੱਚ ਅੱਜ ਤੋਂ 25 ਸਾਲ ਹੋ ਚੱਲੇ ਮੈਨੂੰ ਇੱਥੇ ਕਰਦਿਆਂ, ਡਾਇਰੈਕਟਰੀ ਕਰਦਿਆਂ, ਤੇ ਨਾਲੇ ਇਹਨਾਂ ਦੇ ਨਾਲ ਰਹਿ ਕੇ ਮੈਂ ਇੰਨਾ ਕੁਛ ਇੱਥੋਂ ਸਿੱਖਿਆ। ਇੱਥੋਂ ਅਸਾਂ ਇੱਕੋ ਟੀਚਾ, ਜਿਸ ਤਰ੍ਹਾਂ ਪ੍ਰਧਾਨ ਜੀ ਨੇ ਹੁਣੇ ਤੁਹਾਨੂੰ ਦੱਸਿਆ ਕਿ ਵੀ ਇੱਕ ਟੀਚਾ ਵਾ ਕਿ ਵੀ ਆਉਣ ਵਾਲੀ ਜਨਰੇਸ਼ਨ ਨੂੰ ਅਸੀਂ ਜ਼ਿਆਦਾ ਤੋਂ ਜ਼ਿਆਦਾ ਇਹ ਚੀਜ਼ ਦਾ ਮੈਸੇਜ ਦਈਏ ਕਿ ਵੀ ਸਾਡਾ ਸੰਸਕਾਰ ਕੀ ਸੀ, ਸੰਸਕਾਰ ਰੂਪੀਆਂ ਕੀ ਹੈਗੀਆਂ ਸੀ, ਸੰਸਕਾਰ ਕਿਸ ਤਰ੍ਹਾਂ ਸਾਡੇ ਚੱਲਦੇ ਹੁੰਦੇ ਸੀ, ਉਸ ਤਰੀਕੇ ਨਾਲ ਅਸੀਂ ਇਹ ਰਾਮਲੀਲਾ ਨੂੰ ਕੰਟੀਨਿਊ ਕਰੀਦਾ ਹੈ। ਮੇਰਾ ਨਾਮ ਜੀ ਜਤਿੰਦਰ ਦੇਵਗਨ ਆ। ਮੈਂ ਸ਼ਰਵਣ ਜੀ ਦਾ ਇੱਥੇ ਰੋਲ ਨਿਭਾ ਰਿਹਾ ਵਾਂ। ਮੈਂ ਇਹੋ ਹੀ ਅੱਜ ਕੱਲ੍ਹ ਦੇ ਸਾਰੇ ਨੂੰ ਮੈਸੇਜ ਦੇਣਾ ਚਾਹੁੰਦਾ ਕਿ ਜਿੱਦਾਂ ਸ਼ਰਵਣ ਨੇ ਆਪਣੇ ਮਾਤਾ ਪਿਤਾ ਨੂੰ, ਅੰਧੇ ਹੋਣ ਦੇ ਮਾਤਾ ਪਿਤਾ ਨੂੰ ਫਿਰ ਵੀ ਸੰਭਾਲਿਆ, ਤੇ ਅੱਜ ਕੱਲ੍ਹ ਕੋਈ ਆਪਣੇ ਮਾਪਿਓ ਨੂੰ ਨਹੀਂ ਸਾਂਭਦਾ। ਅਸੀਂ ਆਪਾਂ ਨੂੰ ਮਾਪਿਓ ਨੂੰ ਇਹ ਨਹੀਂ ਬਜ਼ੁਰਗ ਹੋ ਗਏ ਆ, ਉਹਨਾਂ ਨੂੰ ਹਮੇਸ਼ਾ ਸਾਂਭੋ। ਸਾਡੇ ਮਾਪਿਓ ਹੀ ਸਾਡੇ ਲਈ ਸਭ ਕੁਝ ਹੈ, ਸਾਡੇ ਤੋਂ ਰੱਬ ਤੋਂ ਵੱਡਾ ਸਰੂਪ ਆ। ਅਸੀਂ ਉਹਨਾਂ ਦੀ ਸੇਵਾ ਕਰੀਏ ਤੇ ਅਸੀਂ ਆਪਣੇ ਜੀਵਨ ਦੇ ਵਿੱਚ ਸਫਲ ਤੱਦੇ ਹੀ ਹੋਵਾਂਗੇ ਜੇ ਅਸੀਂ ਆਪਣੇ ਮਾਪਿਓ ਦੀ ਸੇਵਾ ਕਰਾਂਗੇ। ਕੀ ਮੈਸੇਜ ਦੇਣਾ ਚਾਹੋਗੇ ਨੌਜਵਾਨ ਪੀੜ੍ਹੀ ਨੂੰ, ਜਿਸ ਤਰ੍ਹਾਂ ਅੱਜ ਕੱਲ੍ਹ ਨੌਜਵਾਨ ਜਿਹੜੇ ਨਸ਼ਿਆਂ 'ਚ ਜਾ ਰਹੇ ਨੇ, ਉਹਨਾਂ ਲਈ ਕੀ ਮੈਸੇਜ ਦੇਣਾ ਚਾਹੋਗੇ? ਅਸੀਂ ਉਹਨਾਂ ਨੂੰ ਇਹੋ ਹੀ ਮੈਸੇਜ ਦਿੰਦੇ ਆ ਕਿ ਤੁਸੀਂ ਸਾਡੇ ਨਾਲ ਅਟੈਚ ਹੋਵੋ। ਅਸੀਂ ਜੋ ਧਾਰਮਿਕ ਕੰਮ ਕਰਦੇ ਪਏ ਆ, ਸਾਡੀ ਟੀਮ ਦਾ ਹਿੱਸਾ ਬਣੋ। ਤੁਸੀਂ ਚੰਗੇ ਰਸਤੇ ਪਾਓ ਤੇ ਪ੍ਰਭੂ ਦੇ ਨਾਲ ਜੁੜੋ ਤੇ ਉਹ ਆਪਣਾ ਮਨ ਸ਼ਾਂਤ ਰੱਖਣ, ਇਸ ਰਸਤੇ ਤੋਂ ਨਾ ਭਟਕਣ। ਅਸੀਂ ਉਹਨਾਂ ਨੂੰ ਸੁਧਾਰਨ ਦਾ ਵੀ ਆਪਣੇ ਜ਼ਿੰਮਾ ਲਵਾਂਗੇ। ਅੱਜ ਦੀ ਜਿਹੜੀ ਸਦੀ ਹੈ, ਜਿੰਨੀ ਸਦੀ ਦੇ ਵਿੱਚ ਹਮੇਸ਼ਾ ਘਰ ਦੇ ਜਿਹੜੇ ਵੱਡੇ ਮੁੱਢ ਨੇ ਉਹਨਾਂ ਨੂੰ ਛੁਪਾਇਆ ਜਾ ਰਿਹਾ, ਉਹਨਾਂ ਨੂੰ ਪਿੱਛੇ ਰੱਖਿਆ ਜਾ ਰਿਹਾ। ਕਿੰਨੀ ਕੁ ਜ਼ਰੂਰਤ ਹੈ ਆਪਣੇ ਵੱਡਿਆਂ ਨੂੰ ਅੱਗੇ ਲੈ ਕੇ ਜਾਣ ਦੀ? ਸਾਨੂੰ ਜੀ ਸਾਰਿਆਂ ਤੋਂ ਪਹਿਲਾਂ ਆਪਣੇ ਵੱਡਿਆਂ ਦਾ ਸਤਿਕਾਰ ਕਰਨਾ ਚਾਹੀਦਾ ਹੈ, ਉਹਨਾਂ ਨੂੰ ਅੱਗੇ ਰੱਖਣਾ ਚਾਹੀਦਾ ਹੈ। ਅੱਜ ਕੱਲ੍ਹ ਦੀ ਜਨਰੇਸ਼ਨ ਅੱਗੇ ਆਪ ਹੁੰਦੀ ਹੈ ਤੇ ਵੱਡਿਆਂ ਨੂੰ ਪਛਾਣ ਰੱਖਦੀ ਹੈ। ਅਸੀਂ ਇਹੋ ਹੀ ਮੈਸੇਜ ਦਿੰਦੇ ਹਾਂ। ਮੇਰੇ ਜੀ ਇਸ ਭੱਲਾ ਕਲੋਨੀ ਡਰਾਮਾਟਿਕ ਕਲੱਬ ਵਿੱਚ 2 ਕਰੈਕਟਰ ਹੈਗੇ ਆ। ਪਹਿਲਾ ਕਰੈਕਟਰ ਹੈ ਸ਼ਾਂਤਨੂ ਜੀ ਦਾ, ਜੋ ਕਿ ਸ਼ਰਵਣ ਦੇ ਪਿਤਾ ਜੀ ਹੈ, ਤੇ ਇਸ ਕਰੈਕਟਰ ਨੂੰ ਮੈਨੂੰ ਬਹੁਤ ਜ਼ਿਆਦਾ ਮਾਣ ਮਹਿਸੂਸ ਹੁੰਦਾ ਵਾ
ਕਿ ਇਹ ਬੜਾ ਤਗੜਾ ਮੈਸੇਜ ਹੈਗਾ ਇਹ ਕਿ ਸ਼ਰਵਣ ਦੇ ਮਾਤਾ ਪਿਤਾ ਜੀ ਘਰ ਜਦੋਂ ਔਲਾਦ ਨਹੀਂ ਹੋ ਰਹੀ ਸੀ, ਉਹਨਾਂ ਨੇ ਬ੍ਰਹਮਾ ਜੀ ਦੀ ਘੋਰ ਤਪੱਸਿਆ ਕੀਤੀ। ਉਦੋਂ ਬ੍ਰਹਮਾ ਜੀ ਨੇ ਕਿਹਾ ਤੁਹਾਨੂੰ ਪੁੱਤਰ ਮਿਲ ਜਾਏਗਾ, ਪਰ ਉਹਦੇ ਬਦਲੇ ਤੁਹਾਨੂੰ ਆਪਣੇ ਨੈਣ ਦੇਣੇ ਪੈਣੇ ਆ, ਆਪਣੀਆਂ ਅੱਖਾਂ ਦੇਣੀਆਂ ਪੈਣੀਆਂ। ਤੇ ਉਹਨਾਂ ਨੇ ਹੱਸ ਕੇ ਚੀਜ਼ ਸਵੀਕਾਰ ਕੀਤੀ। ਮਾਤਾ ਪਿਤਾ ਨੇ ਆਪਣੇ ਨੈਣ ਦੇ ਕੇ ਸ਼ਰਵਣ ਨੂੰ ਪੈਦਾ ਕੀਤਾ। ਸਾਰਾ ਜੀਵਨ ਉਹਨਾਂ ਨੇ ਆਪਣੇ ਬੱਚੇ ਨੂੰ ਨਹੀਂ ਵੇਖਿਆ, ਪਰ ਉਹਨਾਂ ਜਿੰਨਾ ਪਿਆਰ ਨਾ ਸ਼ਰਵਣ ਜੀ ਨੂੰ ਕੋਈ ਕਰ ਸਕਦਾ। ਤੇ ਸ਼ਰਵਣ ਨੇ ਜੋ ਆਪਣੇ ਮਾਤਾ ਪਿਤਾ ਪ੍ਰਤੀ ਪਿਆਰ ਕੀਤਾ ਉਹ ਅੱਜ ਦੀ ਜਨਰੇਸ਼ਨ ਨਹੀਂ ਕਰ ਸਕਦੀ। ਮਤਲਬ ਇਹ ਇਸ ਕਰਕੇ ਮਾਣ ਹੁੰਦਾ ਵਾ ਕਿ ਕਿਵੇਂ ਮਾਤਾ ਪਿਤਾ ਸਾਡੇ ਵਾਸਤੇ ਮਤਲਬ ਆਪਣਾ ਜੀਵਨ ਦੇ ਦਿੰਦੇ ਆ, ਆਪਣਾ ਤਿਆਗ ਕਰ ਦਿੰਦੇ ਆ, ਆਪਣੇ ਜੋ ਵਸਤੂਆਂ ਦਾ ਤਿਆਗ ਕਰ ਦਿੰਦੇ ਕਿ ਸਾਡੀ ਜਿਹੜੀ ਔਲਾਦ ਆ ਸਾਰਾ ਜੀਵਨ ਸੁਖੀ ਰਵੇ, ਖੁਸ਼ ਰਵੇ। ਪਰ ਜੋ ਮੁਕੱਦਰਾਂ 'ਚ ਲਿਖਿਆ ਹੁੰਦਾ ਵਾ ਉਹਨੂੰ ਕੋਈ ਨਹੀਂ ਬਦਲ ਸਕਦਾ। ਅਕਸਰ ਅਖਬਾਰਾਂ ਦੇ ਵਿੱਚ ਦੇਖਣ ਨੂੰ ਮਿਲਦਾ ਲੋਕ ਆਪਣੇ ਮਾਪਿਆਂ ਨੂੰ ਧੱਕਾਰਦੇ ਨੇ, ਕਈ ਤਰ੍ਹਾਂ ਦੇ ਮਤਲਬ ਉਹਨਾਂ ਦੇ ਉੱਤੇ ਅਤਿਆਚਾਰ ਕਰਦੇ ਨੇ। ਕਿੰਨਾ ਕੁ ਉਸ ਵੇਲੇ ਮਨ ਦੇ ਅੰਦਰ ਝਿੜਝੋੜ ਉੱਠਦੀ ਹੈ ਕਿ ਤੁਸੀਂ ਇੱਕ ਕਲਾਕਾਰ ਹੋ ਕੇ ਇੱਕ ਮੈਸੇਜ ਦਿੰਦੇ ਹੋ, ਪਰ ਫਿਰ ਵੀ ਲੋਕ ਇਸ ਤਰ੍ਹਾਂ ਦੀਆਂ ਜਿਹੜੀਆਂ ਹਰਕਤਾਂ ਜਿਹੜੀਆਂ ਸਾਹਮਣੇ। ਅਸੀਂ ਤੇ ਹਰ ਸਾਲ ਜੀ ਮੈਸੇਜ ਆਈਓ ਦਈਦਾ ਸਾਰੀ ਰਾਮਲੀਲਾ ਵਿੱਚ, ਭਾਵੇਂ ਉਹ ਪ੍ਰਭੂ ਸ਼੍ਰੀ ਰਾਮ ਜੀ ਹੋਣ, ਭਾਵੇਂ ਸ਼ਰਵਣ ਕੁਮਾਰ ਜੀ ਹੋਣ, ਉਹਨਾਂ ਦਾ ਸੇਮ ਮੋਟਿਵ ਹੀ ਕਿ ਮਾਤਾ ਪਿਤਾ ਦੀ ਸੇਵਾ। ਉਹਨਾਂ ਦੀ ਇੱਕ ਗੱਲ ਕਹੀ ਮੰਨਣੀ, ਪ੍ਰਭੂ ਸ਼੍ਰੀ ਰਾਮ ਜੀ ਹੀ ਜਿਨ੍ਹਾਂ ਨੂੰ ਇੱਕ ਅਯੋਧਿਆ ਦਾ ਰਾਜ ਮਿਲਣ ਲੱਗਾ ਸੀ, ਉਹੀਓ ਰਾਤ ਉਹਨਾਂ ਨੂੰ 14 ਵਰਸ਼ ਦਾ ਬਨਵਾਸ ਦੇ ਦਿੱਤਾ ਗਿਆ। ਅੱਜ ਦੀ ਔਲਾਦ ਨੂੰ ਜੇ ਤੁਸੀਂ ਕਹਿ ਦਿਓ, ਮਾਂ ਪਿਓ ਕਹਿ ਦੇਣਗੇ ਜਾ ਘਰੋਂ ਨਿਕਲ ਜਾ, ਉਹਨੇ ਕਹਿਣਾ ਮੈਂ ਨਿਕਲ ਜਾਣਾ, ਮੈਨੂੰ ਮੇਰਾ ਹਿੱਸਾ ਦੇ ਦਿਓ। ਤੇ ਪ੍ਰਭੂ ਰਾਮ ਜੀ ਨੇ ਮੁਸਕਰਾ ਕੇ ਕਿਹਾ ਹੀ ਮੇਰੇ ਮਾਤਾ ਪਿਤਾ ਦਾ ਇਹ ਵਚਨ ਹੈ ਕਿ ਮੈਂ 14 ਸਾਲ ਵਨ ਚ ਰਵਾਂ। ਤੇ ਇਹ ਮੇਰੇ ਬੜੇ ਸੁਭਾਗਿਆ ਦੀ ਗੱਲ ਹੈ ਕਿ ਮੇਰੇ ਮਾਤਾ ਪਿਤਾ ਨੇ ਮੈਨੂੰ ਕੋਈ ਕਾਰਜ ਸੌਂਪਿਆ ਤੇ ਮੈਂ ਉਹਨੂੰ ਬੜਾ ਵਧੀਆ ਨਿਭਾਵਾਂ। ਤੇ ਉਹਨਾਂ ਨੇ ਬੜਾ ਵਧੀਆ ਨਿਭਾਇਆ, ਦੁਨੀਆ ਨੇ ਵੇਖਿਆ ਵਾ, ਦੁਨੀਆ ਨੇ ਪੜ੍ਹਿਆ ਵਾ। ਇਹੀ ਅੱਜ ਦੀ ਜਨਰੇਸ਼ਨ ਨੂੰ ਚਾਹੀਦਾ ਕਿ ਮਾਪਿਓ ਕਦੀ ਵੀ ਨਹੀਂ ਕਿਸੇ ਪ੍ਰਤੀ ਮਾੜਾ ਸੋਚਦੇ। ਜੇ ਉਹਨਾਂ ਨੇ ਉਹਨਾਂ ਨੂੰ 14 ਵਰਸ਼ ਦਾ ਬਨਵਾਸ ਦਿੱਤਾ ਵਾ, ਉਸ 14 ਵਰਸ਼ ਦੇ ਬਨਵਾਸ ਵਿੱਚ ਲੋਕਾਂ ਦਾ ਕਿੰਨਾ ਉਧਾਰ ਹੋਇਆ ਵਾ, ਉਹ ਸਾਰਿਆਂ ਨੂੰ ਇਸ ਵਾਰੀ ਰਮਾਇਣ ਜਿਹੜੀ ਵੇਖੀ ਉਹ 'ਚ ਵੀ ਪਤਾ ਚੱਲ ਗਿਆ। 14 ਵਰਸ਼ ਜੰਗਲਾਂ ਵਿੱਚ ਰਹਿ ਕੇ ਇੰਨੇ ਜੀਵ ਜੰਤੂ ਤਾਰੇ, ਇੰਨੀ ਦੁਨੀਆ ਤਾਰੀ। ਅਹਲਿਆ ਜਿਹੜੀ ਕਿੰਨੇ ਵਰਸ਼ਾਂ ਤੋਂ ਇੱਕ ਪੱਥਰ ਬਣ ਕੇ ਬੈਠੀ ਸੀ, ਉਹਨੂੰ ਆਪਣੇ ਚਰਨਾਂ ਨਾਲ ਲਗਾ ਕੇ ਉਹ ਤਾਰੇ ਕਿਵੇਂ ਰਾਵਣ ਨੂੰ ਮੁਕਤੀ ਦਿੱਤੀ। ਸਭ ਬਹੁਤ ਜੀਵਨ ਸੁਧਾਰਿਆ। ਇਸ ਤਰ੍ਹਾਂ ਦੀ ਜਨਰੇਸ਼ਨ ਨੂੰ ਚਾਹੀਦਾ ਵਾ ਕਿ ਪ੍ਰਭੂ ਰਾਮ ਜੀ ਤੋਂ ਸਾਰਾ ਜੀਵਨ ਹੀ ਪ੍ਰਭੂ ਰਾਮ ਹੈਗੇ ਆ। ਉਹਨਾਂ ਤੋਂ ਜਿਨ੍ਹਾਂ ਨੇ ਉਹਨਾਂ ਨੂੰ ਮਤਲਬ ਮੰਨ ਲਿਆ, ਉਹਨਾਂ ਤੋਂ ਸਿੱਖਿਆ ਲੈ ਲਈ, ਉਹ ਜੀਵਨ ਵਿੱਚ ਕਦੀ ਵੀ ਠੋਕਰ ਨਹੀਂ ਖਾਂਦਾ। ਅੱਜ ਦੀ ਨਵੀਂ ਜਨਰੇਸ਼ਨ ਜਿਹੜੀ ਆ ਉਹ ਹਾਈਟੈਕ ਮੋਬਾਈਲਾਂ ਦੇ ਵਿੱਚ ਫਸਦੀ ਜਾ ਰਹੀ ਹੈ, ਇੰਟਰਨੈਟ ਦੇ ਵਿੱਚ ਫਸਦੀ ਜਾ ਰਹੀ ਹੈ। ਕਿੰਨਾ ਜ਼ਰੂਰੀ ਹੈ ਉਹਨਾਂ ਲਈ ਇਸ ਤਰ੍ਹਾਂ ਦੇ ਜਿਹੜੇ ਧਾਰਮਿਕ ਜਿਹੜੇ ਕੰਮ ਨੇ ਉਹਨਾਂ ਦੇ ਨਾਲ ਜੋੜਨਾ। ਦੇਖੋ ਜੇ ਅੱਜ ਦੀ ਡੇਟ 'ਚ ਜੇ ਜਨਰੇਸ਼ਨ ਨਵੀਂ ਫਸਦੀ ਪਈ ਆ ਤੇ ਉਹਦੇ ਨਾਲ ਉਹਨਾਂ ਦੇ ਮਾਪਿਓ ਵੀ ਅੱਜ ਕੱਲ੍ਹ ਮੋਬਾਈਲਾਂ 'ਚ ਫਸ ਗਏ ਆ। ਦੇਖੋ ਜੇ ਬੱਚਾ ਵੀ ਖੇਡਣ ਜਾਂਦਾ ਨਹੀਂ ਜਾਂਦਾ, ਮਾਪਿਓ ਨੂੰ ਆਪ ਨਹੀਂ ਫਿਕਰ ਹੁੰਦੇ ਕਿਉਂਕਿ ਉਹ ਆਪ ਮੋਬਾਈਲ ਵਿੱਚ ਬਿਜ਼ੀ ਹੁੰਦੇ ਆ। ਮਾਪਿਓ ਨੂੰ ਪਹਿਲਾਂ ਸੋਚਣਾ ਚਾਹੀਦਾ ਕਿ ਜੇ ਅਸੀਂ ਇਸ ਚੀਜ਼ ਨੂੰ ਛੱਡ ਕੇ ਇਹਦੇ ਨੁਕਸਾਨ ਬਾਰੇ ਬੱਚੇ ਨੂੰ ਦੱਸਾਂਗੇ ਤੇ ਬੱਚਾ ਸਮਝੇਗਾ। ਬੱਚਾ ਦੇਖਦਾ ਮੇਰੇ ਮਾਪਿਓ ਵੀ ਫੋਨ ਤੇ ਲੱਗੇ ਆ ਤੇ ਮੈਂ ਵੀ ਲੱਗ ਜਾਂਦਾ ਵਾ, ਉਹ ਇਹੀ ਚੀਜ਼। ਪਰ ਬੱਚਿਆਂ ਨੂੰ ਚਾਹੀਦਾ ਵਾ ਹਰ ਤਰ੍ਹਾਂ ਦੀ ਐਕਟੀਵਿਟੀ ਕਰਨ। ਅਸੀਂ ਜਦੋਂ ਛੋਟੇ ਸੀ ਉਦੋਂ ਇਹਨੇ ਮੋਬਾਈਲ ਨਹੀਂ ਸੀ ਆਏ, ਅਸੀਂ ਬਹੁਤ ਗਲੀਆਂ 'ਚ ਪਾਰਕਾਂ 'ਚ ਖੇਡੇ ਹੀ, ਪਾਰਕ ਵਿੱਚ ਅਸੀਂ ਬਹੁਤ ਖੇਡੇ। ਪਰ ਅੱਜ ਦੀ ਜਨਰੇਸ਼ਨ ਨੂੰ ਖੇਡ ਨਹੀਂ ਆਉਂਦੀ। ਕੋਈ ਜਨਰੇਸ਼ਨ ਨੂੰ ਕੋਈ ਗਲੀ ਦਾ ਇੱਕ ਚੱਕਰ ਭੱਜ ਕੇ ਲਗਾ ਲਿਆ ਉਹ ਸਭ ਸਹੀ ਹੋਏਗਾ, ਨਹੀਂ ਭੱਜਿਆ ਜਾਏਗਾ ਕਿਉਂਕਿ ਮੋਬਾਈਲ ਨੇ ਹੀ ਬੇੜਾ ਗਰਕ ਕਰ ਦਿੱਤਾ।